आओ जो पातशाह दी पावन पवित्र बाणी धन श्री गुरु तेग बहादुर साहब जी महाराज नौवें पातशाह उन्हां वल्लों उच्चारण किए गए भोग के सलोक उन्हां दी अपनी चल रही है विचार अगे आरंभ करिए। सतगुरु पातशाह अज पावन बचना द्वारा सानू ये समझा रहे हैं, दोहरा बल छुट क्यों बंधन परे, कछु न होत अपाए, कहो नानक अब ओट हर, गज ज्यों हो सहाय। सतगुरु पातशाह समझा रहे हैं कि इंसान कोले जदों बल हुंदा, किसी भी किस्म का बल होवे, ਉਹਦੇ ਕੋਲੇ ਸਰੀਰਕ ਤਾਕਤ, ਉਹਦੇ ਕੋਲੇ ਰੋਗਾਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਦੁਨੀਆ ਦਾ ਪੈਸਾ ਹੈ, ਬਹੁਤ ਸਾਰੇ ਬੰਧਨ ਜਿਹੜੇ ਗਰੀਬੀ ਕਰਕੇ ਇਨਸਾਨ ਨੂੰ ਪੈਂਦੇ, ਉਹ ਦੁਨੀਆ ਦਾ ਪੈਸਾ ਬੰਧਨ ਤੋੜ ਦਿੰਦਾ। ਕਿਸੇ ਕੋਲੇ ਰਾਜਨੀਤਿਕ ਬਲ, ਜਦੋਂ ਉਹ ਸੱਤਾ 'ਚ ਹੋਵੇ, ਉਹਦੇ ਬਹੁਤ ਸਾਰੇ ਜਿਹੜੇ ਕੀਤੇ ਹੋਏ ਔਗਣਾਂ ਦੇ ਬੰਧਨ ਨੇ ਉਹ ਟੁੱਟਦੇ ਰਹਿੰਦੇ ਆ। ਇਸੇ ਤਰ੍ਹਾਂ ਪਾਤਸ਼ਾਹ ਹੁਣ ਸਾਨੂੰ ਥੋੜ੍ਹਾ ਜਿਹਾ ਗਹਿਰਾਈ ਦੇ ਅੰਦਰ ਜਾ ਕੇ ਸਮਝਾ ਰਹੇ ਆ ਕਿ ਇੱਕ ਸਰੀਰਕ ਬਲ ਹੈ, ਦੁਨੀਆ ਦੇ ਪੈਸੇ ਦੀ ਖੇਡ ਹੈ, ਰਾਜ ਭਾਗ ਦੀ ਖੇਡ ਆ, ਕਿਸੇ ਉੱਚੇ ਅਹੁਦੇ ਦੀ ਖੇਡ ਆ। ਇਹ ਚੀਜ਼ਾਂ ਇੱਕ ਵੱਖਰੀਆਂ ਨੇ, ਕਿਉਂਕਿ ਜੇ ਇਹਨਾਂ ਚੀਜ਼ਾਂ ਨਾਲ ਬੰਦੇ ਦੇ ਸਾਰੇ ਬੰਧਨ ਟੁੱਟਦੇ ਹੁੰਦੇ ਤਾਂ ਸੰਸਾਰ ਦੇ ਅੰਦਰ ਜੀਵ ਆਪਣੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਇਹਨਾਂ ਚੀਜ਼ਾਂ ਦੇ ਸਹਾਰੇ ਦੇ ਨਾਲ। ਹੁਣ ਪਾਤਸ਼ਾਹ ਜੋ ਸਾਨੂੰ ਗਹਿਰਾਈ ਦੇ ਅੰਦਰ ਸਮਝਾਉਣ ਦਾ ਯਤਨ ਕਰ ਰਹੇ ਆ, ਉਹ ਇਹ ਪਾਤਸ਼ਾਹ ਨੇ ਆਪਾਂ ਨੂੰ ਗਿਆਨ ਦਿੱਤਾ। ਕਹਿੰਦੇ ਜਦੋਂ ਜੀਵ ਗੁਰੂ ਦੀ ਮੱਤ ਤੋਂ ਟੁੱਟ ਜਾਂਦਾ, ਸੰਗਤ ਤੋਂ ਟੁੱਟ ਜਾਂਦਾ, ਪਰਮਾਤਮਾ ਦੇ ਭਜਨ ਸੇਵਾ ਸਿਮਰਨ ਤੋਂ ਟੁੱਟ ਜਾਂਦਾ, ਤਾਂ ਉਹਦੇ ਜਿਹੜੇ ਆਤਮਿਕ ਬਲ ਹੈ ਉਹ ਘਟ ਜਾਂਦਾ। ਉਹ ਬਲ ਜਿਹੜੀ ਸ਼ਕਤੀ ਦੇ ਨਾਲ ਜੀਵ ਨੇ ਸੰਸਾਰ ਦੇ ਅੰਦਰ ਰਹਿੰਦੇ ਹੋਏ ਅਗਨ ਕਟੰਬ ਸਾਗਰ ਸੰਸਾਰ, ਜਿਹੜੇ ਆ ਸੰਸਾਰ ਨੂੰ ਭਵ ਸਾਗਰ ਦਾ ਨਾਂ ਦਿੱਤਾ ਗਿਆ, ਅਗਨ ਕਟੰਬ ਦਾ ਨਾਂ ਦਿੱਤਾ ਗਿਆ। ਇਹਦੇ 'ਚ ਰਹਿ ਕੇ ਆਪਣੀ ਸੁਰਤ ਨੂੰ ਉੱਚਾ ਚੁੱਕ ਕੇ ਰੱਖਣਾ ਹੁੰਦਾ ਤੇ ਆਤਮਿਕ ਬਲ, ਆਤਮਿਕ ਰਸ ਦੁਆਰਾ ਆਪਣੇ ਮਨ ਨੂੰ ਖਾਲਸ ਕਰਕੇ ਰੱਖਣਾ ਹੁੰਦਾ। ਕਿਉਂਕਿ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਆਤਮ ਰਸ ਜਿਹ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਆਤਮਿਕ ਰਸ, ਆਤਮਿਕ ਬਲ, ਆਤਮਿਕ ਗਿਆਨ ਜਿੱਥੇ ਜਾ ਕੇ ਮਨ ਦਾ ਆਪਾ ਖਤਮ ਹੋ ਜਾਣਾ, ਮਨ ਨੇ ਆਤਮਿਕ ਰੂਪ ਹੋਣਾ ਤੇ ਆਤਮਾ ਤੇ ਪਰਮਾਤਮਾ ਦਾ ਆਪਸ ਦੇ ਵਿੱਚ ਹਮੇਸ਼ਾ ਮੇਲ, ਅਭੇਦ ਹੋ ਜਾਣਾ, ਜੋ ਆਪਣੇ ਜੀਵਨ ਦਾ ਮਨੋਰਥ ਹੈ, ਕਹਾਣੀ ਹੈ। ਹੁਣ ਜਦੋਂ ਸਾਡੇ ਕੋਲੇ ਆਤਮਿਕ ਬਲ ਨਹੀਂ ਰਹਿੰਦਾ, ਮਹਾਰਾਜ ਕਹਿੰਦੇ ਬਲ ਛੁੱਟ ਕਿਉ ਬੰਧਨ ਪਰੇ। ਸਾਨੂੰ ਉਦਾਹਰਣਾਂ ਦੇ ਕੇ ਸਮਝਾਈਆਂ ਗਈਆਂ ਕਿ ਜਦੋਂ ਅਸੀਂ ਮਾਤਾ ਦੇ ਗਰਭ 'ਚ ਹੁੰਦੇ ਹਾਂ, ਪੁੱਠੇ ਲਟਕ ਰਹੇ ਹੁੰਦੇ ਹਾਂ, ਸਾਡੀ ਸੁਰਤ ਪ੍ਰਭੂ ਦੇ ਚਰਨਾਂ 'ਚ ਲੀਨ ਹੁੰਦੀ ਆ, ਉਦੋਂ ਸਾਨੂੰ ਉਹ ਕਿਸੇ ਤਰ੍ਹਾਂ ਦੀ ਅਗਰ ਨਹੀਂ ਪਾਉਂਦੀ। ਜੈਸੇ ਜਨਨ ਜਠਮ ਹੈ ਪ੍ਰਾਨੀ, ਉਹ ਰਹਿਤਾ ਨਾਮ ਆਧਾਰ, ਆਨੰਦ ਕਰੈ ਸਾਹ ਸਮਾਰੈ, ਨਾ ਕੋ ਹੈ ਅਗਨਾਰ। ਜਿਉਂ ਹੀ ਅਸੀਂ ਸੰਸਾਰ ਦੇ ਅੰਦਰ ਪ੍ਰਗਟ ਹੋ ਗਏ, ਜਨਮ ਸਾਡਾ ਹੋ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਾਤਸ਼ਾਹ ਰੋਜ਼ ਆਪਾਂ ਨੂੰ ਸਮਝਾਉਂਦੇ ਹਨ ਕਿ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਹੁਣ ਜਿਉਂ ਹੀ ਅਸੀਂ ਮਾਤਾ ਦੇ ਗਰਭ ਤੋਂ ਬਾਹਰ ਆਏ, ਹੌਲੀ ਹੌਲੀ ਸਾਡੀ ਦ੍ਰਿਸ਼ਟੀ, ਸਾਡਾ ਧਿਆਨ ਇੰਨਾ ਸੰਸਾਰ ਦੇ ਨਾਲ ਜੁੜ ਗਿਆ ਕਿ ਅਸੀਂ ਆਪਣੇ ਜੀਵਨ ਦੇ ਅਸਲੀ ਮਾਰਗ ਤੋਂ ਭੁੱਲ ਗਏ।
ਜਿਹਨੂੰ ਪਾਤਸ਼ਾਹ ਸਮਝਾ ਰਹੇ ਹਨ, ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ। ਅਸੀਂ ਉਹ ਮਾਰਗ ਭੁੱਲ ਗਏ ਜਿਹੜੇ ਮਾਰਗ ਤੇ ਚੱਲ ਕੇ ਪਰਮਾਤਮਾ ਦੇ ਪ੍ਰੇਮ 'ਚ ਜਾ ਕੇ ਅਸੀਂ ਆਤਮਿਕ ਬਲ ਨੂੰ ਪ੍ਰਾਪਤ ਕਰਨਾ ਸੀ, ਉਹ ਸਾਡਾ ਖਤਮ ਹੋ ਗਿਆ। ਜਿਉਂ ਹੀ ਖਤਮ ਹੋਇਆ, ਮਹਾਰਾਜ ਕਹਿੰਦੇ ਬਲ ਛੁੱਟ ਕਿਉ ਬੰਧਨ ਭਰੇ ਕਛੂ ਨਾ ਹੋਤ ਉਪਾਏ। ਹੁਣ ਇੰਨੇ ਸਾਡੇ ਮਨ ਨੂੰ ਬੰਧਨ ਪੈ ਚੁੱਕੇ ਆ, ਇਨਸਾਨ ਦੇ ਆਪਣੇ ਕੀਤੇ ਹੋਏ ਸਾਧਨਾ ਦੇ ਨਾਲ ਇਹ ਬੰਧਨ ਟੁੱਟਦੇ ਨਹੀਂ, ਕਿਉਂਕਿ ਹਰੇਕ ਇਨਸਾਨ ਕਿਸੇ ਨਾ ਕਿਸੇ ਬੰਧਨ ਦੇ ਅੰਦਰ ਵੱਜਿਆ ਹੋਇਆ। ਮਹਾਰਾਜ ਜੀ ਕਹਿੰਦੇ ਇਹ ਬੰਧਨ ਹੀ ਵਿਚਾਰਾਂ ਦੇ ਦੁੱਖ ਸਾਨੂੰ ਆਖਰੀ ਸਮੇਂ ਤੱਕ ਬੰਧਨਾਂ ਤੋਂ ਮੁਕਤ ਨਹੀਂ ਹੋਣ ਦਿੰਦੇ, ਤੇ ਇਹੀ ਵਿਚਾਰ ਫਿਰ ਸਾਨੂੰ ਜੰਮਣ ਔਰ ਮਰਨ ਦੇ ਚੱਕਰ ਦੇ ਅੰਦਰ ਲੈ ਆਉਂਦੇ। ਤਾਂ ਪਾਤਸ਼ਾਹ ਨੇ ਅੱਗੇ ਉਦਾਹਰਨ ਦਿੱਤੀ, ਕਹਿੰਦੇ ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ ਸਹਾਏ। ਉਦਾਹਰਨ ਦਿੱਤੀ ਗਈ ਆ ਕਿ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਭਗਵਾਨ ਉਹਨਾਂ ਦੇ ਸਮੇਂ ਦੀ, ਕਿ ਇੱਕ ਹਾਥੀ ਨੂੰ ਤੰਦੂਏ ਨੇ ਫੜ ਲਿਆ ਪਾਣੀ ਪੀਣ ਗਏ ਨੂੰ, ਤੇ ਉਹ ਹਾਥੀ ਜਿੰਨਾ ਚਿਰ ਆਪਦੇ ਬਲ ਦਾ ਇਸਤੇਮਾਲ ਕਰਦਾ ਰਿਹਾ, ਯਤਨ ਕਰਦਾ ਰਿਹਾ, ਤੇ ਉਹ ਬਾਹਰ ਨੂੰ ਆਵੇ, ਤੰਦੂਆ ਉਹਨੂੰ ਪਾਣੀ ਦੇ ਵਿੱਚ ਖਿੱਚ ਕੇ ਲਿਜਾ ਰਿਹਾ ਸੀ। ਜਦੋਂ ਫਿਰ ਹਾਥੀ ਨੂੰ ਸੋਝੀ ਆਈ, ਉਹਨੇ ਆਪਣੇ ਬਲ ਦਾ ਉਪਯੋਗ ਛੱਡ ਕੇ ਉਸ ਮਾਲਕ ਨੂੰ, ਉਹਨਾਂ ਦੇ ਅਵਤਾਰ ਕ੍ਰਿਸ਼ਨ ਨੂੰ ਯਾਦ ਕੀਤਾ ਮੌਕੇ ਦੇ ਨੂੰ। ਜਿਉਂ ਹੀ ਚੀਕ ਮਾਰੀ, ਉਹਨਾਂ ਨੇ ਸੁਦਰਸ਼ਨ ਚੱਕਰ ਦੇ ਨਾਲ ਤੰਦੂਏ ਦੇ ਤੰਦ ਕੱਟੇ ਤੇ ਹਾਥੀ ਨੂੰ ਮੁਕਤ ਕਰਾਇਆ। ਇਸ ਤਰ੍ਹਾਂ ਮਹਾਰਾਜ ਇੱਥੇ ਉਦਾਹਰਨ ਦੇ ਕੇ ਸਮਝਾ ਰਹੇ ਆ ਕਿ ਜਿੰਨਾ ਚਿਰ ਇਨਸਾਨ ਹਾਥੀ ਵਾਂਗ ਹੰਕਾਰੀ ਹੋ ਗਿਆ, ਤੇ ਉਨਾ ਚਿਰ ਇਹ ਆਪਦੇ ਬਲ ਦਾ ਤੇ ਆਪਣੀ ਮਤ ਦਾ ਇਸਤੇਮਾਲ ਕਰ ਰਿਹਾ। ਉਹ ਆਪਾਂ ਸਾਰੇ ਹੀ ਕਰ ਰਹੇ ਹਾਂ ਕਿ ਅਸੀਂ ਆਪਦੀ ਸਿਆਣਪ ਦੇ ਨਾਲ ਸੁਖੀ ਹੋ ਜਾਈਏ। ਮਹਾਰਾਜ ਕਹਿੰਦੇ ਜਿੰਨਾ ਚਿਰ ਤੁਸੀਂ ਆਪਣੀ ਮਤ ਦਾ ਤਿਆਗ ਕਰਕੇ ਪਰਮਾਤਮਾ ਦੇ ਅੱਗੇ ਆਪਾ ਸਮਰਪਣ ਨਹੀਂ ਕਰਦੇ, ਉਨਾ ਚਿਰ ਮਾਲਕ ਤੁਹਾਡੇ ਤੇ ਜਿਵੇਂ ਹਾਥੀ ਲਈ ਸਹਾਈ ਨਹੀਂ ਹੋਇਆ, ਤੇ ਤੁਹਾਡੇ ਲਈ ਵੀ ਸਹਾਈ ਨਹੀਂ ਹੋਵੇਗਾ। ਇਸੇ ਕਰਕੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ ਕਿ ਭਾਈ ਆਪਦੀ ਸਿਆਣਪ ਨੂੰ ਛੱਡ ਕੇ ਤਜਹੋ ਸਿਆਣਪ ਸੁਰ ਜਨਹੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਆਪਣੇ ਮਨ ਦੀ ਮਤ ਤਿਆਗ ਕੇ ਪਰਮਾਤਮਾ ਦੇ ਨਾਮ ਨੂੰ ਸਿਮਰੋ ਤੇ ਉਹਦੇ ਤੇ ਆਸ ਰੱਖੋ, ਜਿਹਨੇ ਤੁਹਾਡੇ ਦੁੱਖ ਤੇ ਭਰਮਾਂ ਦਾ ਨਾਸ਼ ਕਰਨਾ। ਬਲ ਛੁੱਟ ਕਿਉ ਬੰਧਨ ਭਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ ਸਹਾਏ। ਹੁਣ ਅਗਲੇ ਸ਼ਲੋਕ 'ਚ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਹੁਣ ਜਿਉਂ ਜਿਉਂ ਸਾਡੇ ਕੋਲੇ ਫਿਰ ਬਲ ਪੈਦਾ ਹੋਣਾ ਸ਼ੁਰੂ ਹੁੰਦਾ, ਜਿਵੇਂ ਕਿਸੇ ਬਿਮਾਰੀ ਕਾਰਨ ਸਰੀਰ ਕਮਜ਼ੋਰ ਹੋ ਜੇ, ਜਦੋਂ ਤੰਦਰੁਸਤੀ ਆਉਂਦੀ ਹੈ ਤਾਂ ਸਰੀਰ ਦੇ ਅੰਦਰ ਬਲ ਪੈਦਾ ਹੁੰਦਾ। ਬਹੁਤ ਸਾਰੇ ਉਹ ਸਰੀਰਕ ਜਿਹੜੇ ਰੋਗ ਨੇ ਉਹ ਆਪਣੀ ਤਾਕਤ ਨਾਲ ਹੀ ਸਰੀਰ ਖਤਮ ਕਰ ਦਿੰਦਾ। ਇੱਥੇ ਹੁਣ ਆਤਮਿਕ ਬਲ ਦੀ ਗੱਲ ਕੀਤੀ ਗਈ ਹੈ। ਪਾਤਸ਼ਾਹ ਸਮਝਾ ਰਹੇ ਆ, ਜਿਉਂ ਜਿਉਂ ਤੁਸੀਂ ਫਿਰ ਪਰਮਾਤਮਾ ਦੇ ਭਜਨ ਨਾਲ ਜੁੜੋਗੇ, ਪਰਮਾਤਮਾ ਦੀ ਸੇਵਾ ਸਿਮਰਨ ਨਾਲ ਜੁੜੋਗੇ, ਗੁਰੂ ਦੀ ਸੰਗਤ ਦੇ ਅੰਦਰ ਆ ਕੇ ਆਪਣੇ ਜੀਵਨ ਦੀ ਕਹਾਣੀ ਨੂੰ ਸਮਝੋਗੇ ਕਿ ਸਰੀਰ ਤਾਂ ਭਾਵੇਂ ਸਾਡਾ ਜਿੰਨਾ ਮਰਜ਼ੀ ਤਕੜਾ ਹੋਵੇ, ਜੇ ਆਤਮਿਕ ਬਲ ਨਹੀਂ ਤਾਂ ਅਸੀਂ ਹਾਰ ਜਾਂਦੇ ਹਾਂ। ਜੇ ਸਾਡੇ ਕੋਲੇ ਆਤਮਿਕ ਬਲ ਹੈ ਤਾਂ ਫਿਰ ਸਾਡੇ ਜਿਹੜੇ ਮਨ ਦੇ ਬੰਧਨ ਨੇ ਉਹ ਪਰਮਾਤਮਾ ਦੇ ਭਜਨ ਨਾਲ ਟੁੱਟਦੇ ਆ। ਇਸ ਬਲ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਪਾਤਸ਼ਾਹ ਨੇ ਗਿਆਨ ਦਿੱਤਾ ਕਿ ਮਨ ਦੀ ਖੁਰਾਕ ਤੁਹਾਨੂੰ ਚਾਹੀਦੀ ਹੈ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਜੇ ਮਨ ਦੀ ਖੁਰਾਕ ਸਾਨੂੰ ਤਾਂ ਮਿਲੇਗੀ ਜੇ ਅਸੀਂ ਸਾਧਨ ਕਰਾਂਗੇ।
ਇਸੇ ਆਪਣੇ ਸਰੀਰ ਦੇ ਅੰਦਰ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਦਾ ਖੂਹ ਦੱਸਿਆ, ਜਿਹਨੂੰ ਅਸੀਂ ਸ਼ਬਦ ਦੇ ਅਭਿਆਸ ਦੁਆਰਾ ਗੁਰ ਮੰਤਰ ਨੂੰ ਦ੍ਰਿੜ ਕਰਕੇ ਪ੍ਰਾਪਤ ਕਰਨਾ ਹੁੰਦਾ, ਜਿਹਦੇ ਬਾਰੇ ਪਾਤਸ਼ਾਹ ਸਮਝਾ ਰਹੇ ਹਨ। ਗੁਰ ਮੰਤਰ ਦਰੜਾਏ ਹਰ ਰਸ ਕਰ ਸਾਏ, ਹਰ ਅੰਮ੍ਰਿਤ ਹਰ ਮੁਖ ਚੋਏ ਜਿਉ। ਜਦੋਂ ਅਸੀਂ ਇਹ ਗੁਰਮੁਖੀ ਮੰਤਰ ਨੂੰ ਦ੍ਰਿੜ ਕਰਦੇ ਹਾਂ ਤਾਂ ਸਾਨੂੰ ਫਿਰ ਸਾਡੇ ਮਨ ਦੀ ਖੁਰਾਕ ਮਿਲਦੀ। ਮਨ ਦੀ ਖੁਰਾਕ ਮਿਲਣ ਦੇ ਨਾਲ ਸਾਨੂੰ ਆਤਮਿਕ ਬਲ ਮਿਲਦਾ। ਜਿਉਂ ਹੀ ਸਾਨੂੰ ਆਤਮਿਕ ਬਲ ਮਿਲਦਾ, ਮਨ ਦੀ ਖੁਰਾਕ ਦੇ ਨਾਲ ਸਾਡਾ ਮਨ ਤਕੜਾ ਹੋਣਾ ਸ਼ੁਰੂ ਹੁੰਦਾ, ਫੇਰ ਸਾਡੇ ਬੰਧਨ ਟੁੱਟਣੇ ਸ਼ੁਰੂ ਹੁੰਦੇ ਆ। ਸਮਾਂ ਵਾਹਿਗੁਰੂ ਇਹੋ ਜਿਹਾ ਬਖਸ਼ਿਸ਼ ਕਰ ਦਿੰਦਾ, ਜਦੋਂ ਜੀ ਫਿਰ ਪਰਮਾਤਮਾ ਦੀ ਰਜ਼ਾ 'ਚ ਰਹਿਣਾ ਸਿੱਖ ਲੈਂਦਾ, ਜਿਹਨੂੰ ਆਪਾਂ ਕਹਿੰਦੇ ਆ ਭਾਣਾ ਮੰਨਣਾ। ਪੜ੍ਹਦੇ ਆ ਨਾ ਸ਼ਬਦ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੀ ਸੋ ਕੀਜੈ, ਗੁਰਮੁਖ ਹੋਵੇ ਸੋ ਭਾਣਾ ਮੰਨੈ, ਸਹਿਜੇ ਹਰ ਰਸ ਪੀਜੈ। ਕਹਿੰਦੇ ਫਿਰ ਉਹ ਜਦੋਂ ਸਹਿਜ ਅਵਸਥਾ ਦੇ ਅੰਦਰ ਹਰੀ ਦੇ ਨਾਮ ਦਾ ਰਸ ਮਾਣਦਾ, ਉਹ ਫਿਰ ਭਾਣਾ ਮੰਨਣ ਦੀ ਅਵਸਥਾ 'ਚ ਆ ਜਾਂਦਾ, ਗੁਰਮੁਖ ਆਖਿਆ ਜਾਂਦਾ। ਜਿਉਂ ਹੀ ਫਿਰ ਸਾਡੇ ਕੋਲੇ ਆਤਮਿਕ ਬਲ ਦੀ ਪ੍ਰਾਪਤੀ ਹੋਈ, ਮਹਾਰਾਜ ਕਹਿੰਦੇ ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ। ਫੇਰ ਇਹ ਸਾਡੇ ਕੀਤੇ ਹੋਏ ਜਿਹੜੇ ਸਾਧਨ ਨੇ, ਇਹਨਾਂ ਨੂੰ ਫਲ ਲੱਗਣਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਪਾਤਸ਼ਾਹ ਗੁਰਬਾਣੀ ਅੰਦਰ ਵਾਰ-ਵਾਰ ਸਾਨੂੰ ਸਮਝਾ ਰਹੇ ਆ ਕਿ ਭਾਈ ਪਰਮਾਤਮਾ ਦੀ ਬੰਦਗੀ ਕਰਿਆ ਕਰੋ, ਪਰਮਾਤਮਾ ਦਾ ਭਜਨ ਕਰਿਆ ਕਰੋ, ਜਿਹਦੇ ਨਾਲ ਤੁਹਾਨੂੰ ਇਸ ਸ਼ਕਤੀ ਬਲ ਦਾ ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕਰਨੀ ਆ, ਜਿਹਦੇ ਨਾਲ ਫਿਰ ਸਾਡੇ ਬੰਧਨ ਟੁੱਟਣੇ ਆ। ਕਿਉਂਕਿ ਜਿਉਂ-ਜਿਉਂ ਅਸੀਂ ਪਰਮਾਤਮਾ ਨਾਲ ਪਿਆਰ ਪਾਉਂਦੇ ਜਾਵਾਂਗੇ, ਸਾਡਾ ਸੰਸਾਰ ਦੇ ਨਾਲੋਂ ਮੋਹ ਘਟਦਾ ਜਾਊਗਾ। ਫਿਰ ਨਾਮ ਪਰਮੇਸ਼ਰ ਵਿੱਚ ਐਸੀ ਸ਼ਕਤੀ ਆ, ਕਿਉਂਕਿ ਆਪਾਂ ਪੜ੍ਹਦੇ ਹਾਂ ਸਰਬ ਰੋਗ ਕਾ ਔਖਦ ਨਾਮ, ਦੁੱਖ ਭੰਜਨ ਤੇਰਾ ਨਾਮ ਜੀ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹ ਫਿਰ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ, ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ। ਫੇਰ ਮਹਾਰਾਜ ਕਹਿੰਦੇ ਜੀਵ ਦੇ ਮਨ ਦੀ ਅਵਸਥਾ ਕਿੱਥੇ ਪਹੁੰਚ ਜਾਂਦੀ ਆ, ਉਹ ਆਪਣਾ ਹੰਕਾਰ ਛੱਡ ਜਾਂਦਾ। ਹੰਕਾਰ ਛੱਡ ਕੇ ਫਿਰ ਉਸ ਮਾਲਕ ਦੇ ਅੱਗੇ ਬੇਨਤੀ ਕਰਦਾ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਕਿ ਇਹ ਪਰਮੇਸ਼ਰ ਬਾਜੀ ਤਾਂ ਤੇਰੇ ਹੱਥ ਦੇ ਅੰਦਰ ਹੀ ਹੈ, ਤੂੰ ਹੀ ਜੀਵ ਤੇ ਕਿਰਪਾ ਕਰੇ, ਸਹਾਇਤਾ ਕਰੇ, ਤਾਂ ਇਹ ਬਲ ਮਿਲਦਾ ਤੇ ਬੰਧਨ ਟੁੱਟਦੇ ਆ। ਫੇਰ ਜਿਵੇਂ ਹਾਥੀ ਨੇ ਚੀਕ ਮਾਰੀ ਸੀ ਆਪਣੇ ਹੰਕਾਰ ਤਾਕਤ ਨੂੰ ਛੱਡ ਕੇ, ਪਰਮਾਤਮਾ ਨੇ ਬਾਂਹ ਫੜੀ, ਆਪਾ ਸਮਰਪਣ ਸਾਡਾ ਮਨ ਕਰ ਦਿੰਦਾ। ਫੇਰ ਸਾਡੇ ਇਹ ਕੀਤੇ ਹੋਏ ਸਾਧਨ ਵੀ ਸਫਲ ਤੇ ਆਤਮਿਕ ਬਲ ਦੀ ਵੀ ਪ੍ਰਾਪਤੀ, ਤੇ ਪਰਮਾਤਮਾ ਫਿਰ ਸਾਡਾ ਸਹਾਇਕ ਬਣ ਜਾਂਦਾ। ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਅੱਗੇ ਹੁਣ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਕਹਿੰਦੇ ਸਮਾਂ ਹਰੇਕ ਜੀਵ ਤੇ ਆਉਣਾ, ਜਦੋਂ ਸਾਡੇ ਸੰਗੀ ਸਾਥੀਆਂ ਨੇ ਸਾਡਾ ਜਿਹੜਾ ਨੇੜਲਾ ਸੰਗ ਆ ਉਹ ਛੱਡ ਦੇਣਾ, ਜਦੋਂ ਅਸੀਂ ਇਕੱਲਿਆਂ ਨੇ ਰਹਿ ਜਾਣਾ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਵੈਸੇ ਤਾਂ ਸੰਸਾਰ 'ਚ ਹੀ ਹੁਣ ਜਿਹੜਾ ਖੇਡ ਚੱਲ ਰਿਹਾ, ਉਹ ਸੁੱਖਾਂ ਦੇ ਸੰਗੀ ਨੇ ਲੋਕ। ਜਦੋਂ ਕੋਈ ਵਿਪਤ ਕਾਲ ਦਾ ਸਮਾਂ ਆਉਂਦਾ ਤੇ ਸਾਰੇ ਸਾਡਾ ਸੰਗ ਛੱਡ ਜਾਂਦੇ ਆ। ਤੇ ਸਤਿਗੁਰੂ ਪਾਤਸ਼ਾਹ ਨੇ ਹੁਣ ਅਖੀਰਲੇ ਸਮੇਂ ਵੱਲੋਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਆਵਤ ਅਕੇਲਾ, ਜਾਤ ਅਕੇਲਾ, ਹਮ ਤੁਮ ਸੰਗ ਝੂਠ ਸਭ
बोला। कहते संसार जदों तो आया अकला आया, ते जदों तो जाना उदों अकले ने जाना। आ जेड़े संगी साथी परिवार दोस्त मित्र जिन्ने भी आ, ये तो झूठ बोल रहे आ। हम तुम संग झूठ सब बोला। इन्हां ने तां उस समय तेरा संग छड्ड जाना। संग सखा सब तज गए, कहो ना निभो साथ। कहते तू तो बहुत बड़े एक भरम जाल के अंदर पड़ रहा, किसी ना किसी की सहायता भालदा, संग भालदा। देखो हुण आपां किते जाने घर तो बाहर, ते आपां चाहुंदे आ कि कोई ना कोई साडा संगी साथी होवे, चाहे असीं सफर ते जाना होवे। तां पातशाह कहंदे फिर वो जिहड़ा सफर आ उत्थे तां कोई जाऊगा नहीं साथ होई, उत्थे तां तैनूं अकल्ले नूं जाना पऊगा। तू तां संगियां साथियां दी आस रखदा, उत्थे तां आ जिहड़ा तेरा शरीर आ सारियां तो नेड़े आ, ये भी तेरा साथ नहीं देवेगा। तां सतगुरु पातशाह समझा रहे आ, तज जाणगे सब संग सखा सब तज गए, कहो ना निभो साथ। तेरा किसी ने साथ नहीं देना। जिन्हां दी खातर रात दिन पाप कर रहे हैं, जिन्हां दी खातर ऐसा जीवन बना लिया कि अपने धर्म नूं भी छड्डता। कबीर दीन गवाया दुनी स्यों, दुनी ना चाली साथ। पाए कुहाड़ा मारिया गाफल अपने हाथ। जेड़े मोह परिवार दी कटंब तेरे कोले परमात्मा दे भजन दा समां नहीं ना है, इन्हां ने भी तेरा साथ नहीं देना। कबीर हर का सिमरन छाड़ के पालियो बहुत कटंब, धंधा करता रह गया भाई रहया ना बंद। पातशाह ने सानू सचेत किया गुरु ग्रंथ साहब की बाणी के अंदर। हुण इत्थे महाराज समझा रहे आ कि समा वो हरेक ते आउणा। संग सखा सब तज गए, ओ ना निभो साथ। इत्थे फिर कौन सहाई आ? कहो नानक एह विपत में टेक एक रघुनाथ। ये विपत काल के समय के अंदर जे तो परमात्मा से टेक आसरा बना के रखिया ते ओ तेरा सहारा बन जूगा, तेरी सहायता कर दूगा। पर ये सहारा साडा तां बने जे साडा मालिक नाल प्यार होवे, जे सानू इस गल दा पता लग जे कि बिना परमात्मा तो उहदे नाम तो साडा कोई संगी साथी नहीं। जे असी संगत करके ये सोझी प्राप्त कीती होवे गुरु दी मत द्वारा कि परमेश्वर दा नाम तो बगैर साथ ना चालै बिन भजन। दिखिया सगली शार हर हर नाम कमावना, नानक ए धन सार। भलेखा आपां नूं बहुत वड्डा कि शायद असी जदों संसार तो जाना ते असी कुछ ना कुछ वस्तु नाल ले जांगे। महाराज कहंदे शरीर में नहीं रहना। संग सखा सब तज गए, कहो ना निभो साथ। कहो नानक ये विपत मैं, ये बहुत बड़ी विपता हुंदी है इंसान से। क्योंकि संसार छुटना किते सौखा जी। 5-10 दिन आपां घर तो बाहर चले जाओ, बार बार सानू अपने घर का विचार आई जाऊगा, परिवार का विचार आई जाऊगा, दुनिया के पदार्थ के विचार आई जाणगे। हालांकि पता हुंदा कि असी 5 दिन या 10 दिन मिसे हुए समय ते असी वापस आ जाना। ते ये तां फिर समा वो आ जदों दुबारा असी ना इस शरीर च प्रवेश हो सकांगे ते ना साडा परिवार दे नाल कोई ध्यान रहना, मिलाप रहना, जोड़ रहना। ये बहुत बड़ी विपता। महाराज कहते कहो नानक ये विपत में टेक एक रघु नाथ। ये बड़ी विपता का फिर परमेश्वरी सिखा तेरा साथ देने वाला, बाकी तेरे नाल किसी ने संग नहीं लभना। अखीरले 2 श्लोकां दे अंदर धन श्री गुरु तेग बहादुर साहब जी महाराज आपां नूं रिजल्ट कढ के समझा रहे हैं
क्योंकि ये श्लोक पातशाह ने दिल्ली आखिरी समय जदों रखिया वास्ते हिंदू धर्म के जुल्म के खिलाफ जगह सी, उत्थे अपने सिखां समेत पंजां दे भाई सतीदास, भाई मतीदास, भाई दयाला जी ते भाई जगता जी ते उदय सिंह इन्हां दे नाल उत्थे जाके पहलां अपने महान सिखां ने बहुत वड्डियां कुरबानियां कीतियां। मतीदास नूं आरे नाल चीर दिता गया, सतीदास नूं रूई च लपेट के अगन भेट करता ते भाई दयाला जी नूं देग च वाल दिता गया। मालिक दे दुनिया के मालिक गुरु तेग बहादुर साहब जी महाराज उन्होंने हिंदू धर्म की रखिया वास्ते औरंगजेब के विरुद्ध उन्होंने किसी भी गल की कीन नहीं मनी ते अपना आप कुर्बान करना मिथ्या। सतगुरु पातशाह ने उस समय ये सारे जिहड़े 57 श्लोक ने भोग दे उत्थे उच्चारण किए ते एक सिख दे राही साडे तक गुरु गोबिंद सिंह महाराज दे राही पहुँचते किए। ये जिहड़े आपां भोग दे समय पढ़ते हैं श्लोक हुण सतगुरु पातशाह इत्थे समझा रहे हैं। कहंदे फिर रहण वाली चीज़ की है? कहंदे जदों तेरे ते ये विपत काल का समा आउणा ना आखिरी, उदों की होऊगा तेरे कोले? नाम रहियो। जे तैं परमात्मा दे नाम की प्राप्ति कीती, जिहदे बारों रोज आपां पढ़दे हां, जिन हर 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 रस नाम ना पायो ते भागहीन। हर हर जिन हर 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 रस नाम ना पाया ते भागहीन जम। पास शरीर भी नहीं रहूगा, उदों किहड़ी बस्ती साथ दऊगी? महाराज कहंदे जे तेरे कोले होई नाम रहियो, उदों परमात्मा का नाम तेरी बांह फड़ेगा। जे तेरे कोले ये वस्तु की प्राप्ति हुई, इहदे अंदर तों लीन होना सिख लिया, तो महाराज कहंदे तेरा जन्म मरण भी खत्म हो जाऊगा, तेरी खंडां ब्रह्मंडां दे अंदर शोभा भी हो जाऊगी। पढ़ते हैं ना, हर जन हर हर नाम समाणे, दुख जन्म मरण भव खंडा है। तबनासी पुरख पाया परमेश्वर बहु शोभ खंड ब्रह्मंडा है। जे इहदा स्वाद ना चखिया, साकत बन के रहे। वो भी सोहिला साहब की बाणी च आपां सौण लगे पढ़ते हैं कि साकत हर रस साध ना जानिया। जिहड़े अहंकारी पुरुष ने सारी जिंदगी परमेश्वर के नाम का स्वाद नहीं चखिया, उन्हां दा अग्गा किहो जिहा? पातशाह कहंदे साकत हर रस साध ना जानिया, तिन अंतर होमे कंडा है। ज्यों ज्यों चलै चुभै दुख पावै, जम काल सहै सिर डंडा है। ऐसी हालत दसी गई है जिमें किसी के सिर से भार चका लो, पैर च कंडा होवे मगर डंडे वाला होवे, वो कहे जी तुसी तुरो, जे तुरदा तां कंडा चुभदा, नहीं तुरदा तां मगरों डंडा पिंदा। ये साकत पुरुष की हालत दसी गई है। साकत हर रस साध न जानियो, तिन अंतर होमे कंडा है। ज्यों ज्यों चलै चुभै दुख पावै, जम काल सहै सिर डंडा है। दूसरे पासे पातशाह कहंदे हर जन हर हर नाम समाणे, दुख जन्म मरण भव खंडा है। अविनाशी पुरख पाया परमेश्वर बहु शोभ खंड ब्रह्मंडा है। हुण महाराज इत्थे समझा रहे हैं नाम रहूगा। नाम रहियो साधु रहियो, रहियो गुर गोबिंद। किसी परमात्मा के प्यारे के दसे हुए वचन जो आपां नूं महाराज समझाउंदे ने, उत्तम सलोक साध के वचन, अमलीक लाल एह रतन। ओ वचन संत की सेवा नाम ध्याई है। जिन्हां ने फिर महापुरखों ने सानू परमेश्वर का नाम ध्याउण दी सानू हुक्म किया कि ये कारज तुसी करना, साडी सेवा ही ये आ, संत की सेवा नाम ध्याई है। नाम रहियो साधु रहियो, रहियो गुर गोबिंद। पातशाह कहंदे उदों फिर गुरु साडी सहायता करेगा। गोबिंद ओ मालिक परमात्मा साडे साथ देगा। कहो नानक एह जगत में
किन जपियो गुरमंत। जिन्हां ने इस संसार दे अंदर रह के गुरु दे मंत्र नूं जपिया। हुण जे असीं गुरु दे मंत्र दा जाप नहीं करदे, क्योंकि पढ़ना सौखा ते जपना बहुत गुणे औखा। पढ़न वेले साडा ध्यान सरीर तो बाहर हुंदा। जदों असीं गुरमंत्र दा जाप करना, उदों सानूं नेत्र बंद करके अंतर्मुख होना पैना। इसे करके बहुत सारे जीव अज ऐसे संसार च मिल जाणगे ਜਿਹੜੇ कई घंटे लगातार बाणी पढ़ लेणगे, पर ਉਹ बैठ के ਅੱਧਾ घंटा 10-20 मिनट ਉਹਨਾਂ ਤੋਂ जाप नहीं ਹੁੰਦਾ। क्योंकि नेत्रा इन्ने खोलण की आदत पै गई, वो बंद ही नहीं करते। जे बंद करते हैं तो अंदरों विचार नहीं टिकण दिंदे। इसे करके विद्वान पुरुषों ने ये तत्त कढ़िया कि पढ़न नालों जिहड़ा जपना है, आराधना है, वो कई गुना मुश्किल है। क्योंकि पढ़न वेले असीं बाहर रहिंदे आ, शरीर तो नेत्र खुले हुंदे आ, पढ़दे कुछ होर भी वेखी जांदे आ ते विचार भी होर आई जांदे आ, ध्यान दौड़िया भी फिरदा। जदों असीं नेत्र बंद करके गुरमंत्र नूं जपना, ये मुश्किल काम है। इसे करके महाराज सानू बार-बार समझाउंदे आ कि भाई पढ़िया नाही भेद बुझिया पावना। कल्ले पढ़न नाल नहीं भेद आवेगा, इस बुझारत नूं बुझना पवेगा कि किवें असीं इस शरीर दे अंदर अपने मालिक नूं मिलना, किवें उहदी आवाज़ सुननी है, किवें असीं विचारां तो रहत त्रै गुणां तो अतीत हो के परमात्मा दे नाम दे नाल जुड़ना ते अपने मन की खुराक लेनी है। फिर जिन्हां ने ये कर्म कीता, कहो नानक इह जगत में किन जपियो गुरमंत। जिन्हां ने गुरु दे मंत्र नूं जपिया, उन्हां नूं फिर भेद आ गया। वो परमेश्वर दे नाम तक भी पहुँच गए। वो गुरु शब्द, गुरु जो साडे अंदर चलदा ते बाहर आपां गुरु की मत जदों लैंदे आ, गुरु फिर साडी सहायता करदा। गोबिंद जो साडा मालिक है, वो साडा फिर सहारा बन जांदा। जदों सारे सहारे टुट जांदे आ, नाम रहियो साधु रहियो, रहियो गुर गोबिंद। कहो नानक इह जगत में किन जपियो गुरमंत। पातशाह कहंदे जिन्हां ने संसार च रह के गुरु दे मंत्र नूं जपिया। अखीरले श्लोक दे अंदर हुण पातशाह समझा रहे आ, राम नाम और मैं गहियो जाके सम नहीं कोय। जिह सिमरत संकट मिटै दरस तुहारो होए। हुण पातशाह समझा रहे आ, कहंदे जिन्हां ने अपने कंठ दे अंदर राम दे नाम नूं अपने हिरदे दे अंदर वसा लिया, राम नाम और मैं गहियो। जिन्हां ने अपने हिरदे दे अंदर परमेश्वर दी याद नूं वसा लिया, जाके सम नहीं कोई। इस चीज दे बराबर कोई नहीं है, इस इंसान दे बराबर कोई नहीं है। क्योंकि गुरु नानक दी घर ने तो ऐसा ज्ञान दिता, कहते जिहड़े जीव किसी समय भी परमेश्वर के नाम नूं नहीं विसारदे ना, उन्हां दी तुलना परमात्मा दे बराबर ही करती। प्रश्न एक पंक्ति च बाणी च कहते जिन्हां ना विसरै नाम से कनेहिया। सवाल आ पंक्ति च कि जिन्हां नूं परमात्मा का नाम नहीं विसरदा, वो किहो जिहा। दूसरी पंक्ति च जवाब देता महाराज कहते भेद ना जानो मूल साई जिहिया। और ते परमात्मा च कोई फर्क नहीं रह जाता। महाराज हुण समझा रहे हैं, कहते राम नाम और मैं गहियो जाके सम नहीं कोई। उन्हां दे बराबर नहीं कोई आ सकता जी। प्रभ का सिमरन सबसे ऊंचा। जिह सिमरत संकट मिटै दरस तुहारो होए। क्योंकि परमात्मा का भजन करन नाल साडे संकट खत्म हुंदे आ। साडे जिहड़े विपता ने काल ने काल दीआं पाईआं होईआं कहंदे ओह खत्म हुंदिआं। साडे दुखां तो छुटकारा मिलदा। जिह
सिमरत संकट मिटै। ते पातशाह कहते दरस तुहारो होए, उस मालिक दा सानू ददार भी हो जाता है। ये सतगुरु पातशाह गुरु तेग बहादुर साहब जी महाराज उन्हां वल्लों उच्चारण किए हुए 57 श्लोक उन्हां दी विचार समाप्त हो गई। सतगुरु पातशाह कृपा करन अपने सारियां ते आपां ये जो बाणी का उपदेश है इनू दृढ़ करने की कोशिश करिए, इनू अपने मन के अंदर बसा के चलीए कि समा साडे ते आऊगा जो संग सखा सब तज गए, कहो न निभो साथ, कहो नानक ए बिपत में टेक एक रघुनाथ। जे साडा परमेश्वर ना प्यार आ तो साडा भला हो जाऊगा, मुक्ति हो जाऊगी, ते नहीं फिर जमा की मार खाण नूं तैयार रहना पऊगा। साखत हर रस साध ना जानिया। ਜਿਹੜੇ ਬੰਦੇ ने सारी जिंदगी परमात्मा के नाम के रस के स्वाद नूं नहीं जानिया, ਉਹਨੂੰ ਸਾਖਤ पुरुष कहता है। ਤਿੰਨ अंतर हौमे कंडा है, जिहड़ा अंदर हौमे का कंडा ਲਈ ਫਿਰਦੇ ਆ। ज्यों ज्यों चले चुभह दुख पाव है, जम काल सहे सिर डंडा है। फिर जमा के डंडे पाई खाने पैणगे। ਆਪਾਂ सतगुरु पातशाह के वचन मन्नीए, यह सिमरत संकट मिटे दरस तुहारो।